A very good morning students. Today we will study about the chapter of abnormal constituents of urine. मतलब कि ਆਪਾਂ ਜਿਹੜੇ ਯੂਰੀਨ ਦੇ ਵਿੱਚ ਕੋਈ abnormal ਚੀਜ਼ ਇੰਡੀਕੇਟ ਕਰਦੇ ਕਿ ਜਾਂ ਤਾਂ ਆਪਣੀ ਬਾਡੀ ਦੇ ਵਿੱਚ ਕੋਈ ਡਿਸੀਜ਼ ਆ ਜਾਂ ਕੋਈ ਇੰਪਰੋਪਰ ਮੈਕੈਨਿਜ਼ਮ ਚੱਲ ਰਿਹਾ ਉਹ ਵਾਲੇ ਜਿਹੜੇ ਕਨਸਟੈਂਟਸ ਆ ਉਹਨਾਂ ਬਾਰੇ ਪੜਾਂਗੇ। ਸਭ ਤੋਂ ਪਹਿਲਾਂ ਜਿਹੜੇ ਆਪਣੇ ਜੇ ਯੂਰੀਨ ਦੇ ਵਿੱਚ ਪ੍ਰੋਟੀਨਸ ਦੀ ਅਮਾਊਂਟ ਫਾਈਂਡ ਕੀਤੀ ਜਾਂਦੀ ਤਾਂ ਆਪਾਂ ਨੂੰ ਕਿਹੜੀਆਂ ਕੰਡੀਸ਼ਨਸ ਜਿਹੜੀਆਂ ਉਹ ਇੰਡੀਕੇਟ ਹੁੰਦੀਆਂ। ਸਭ ਤੋਂ ਪਹਿਲੀ ਕੰਡੀਸ਼ਨ ਆ ਉਹਨੂੰ ਕਹਿੰਦੇ ਪ੍ਰੋਟੀਨਿਊਰੀਆ। ਪ੍ਰੋਟੀਨਿਊਰੀਆ ਦੇ ਵਿੱਚ ਕੀ ਹੁੰਦਾ, ਐਲਬਿਊਮਿਨ ਅਤੇ ਗਲੋਬੂਲਿਨ ਆ ਜਿਹੜੇ ਉਹ ਸਕ੍ਰੀਟ ਹੋ ਜਾਂਦੇ ਆ। ਪ੍ਰੋਟੀਨਸ ਦੀਆਂ ਜਿਹੜੀਆਂ ਦੋ ਫਾਰਮਸ ਨੇ ਐਲਬਿਊਮਿਨ ਅਤੇ ਗਲੋਬੂਲਿਨ, ਉਹ ਯੂਰੀਨ ਦੇ ਵਿੱਚ ਅਬਨੋਰਮਲ ਕੰਸਨਟ੍ਰੇਸ਼ਨ ਦੇ ਵਿੱਚ ਆ ਜਿਹੜੇ ਉਹ ਕੀ ਆ ਆਉਣੇ ਸ਼ੁਰੂ ਹੋ ਜਾਂਦੇ ਨੇ। ਨੈਕਸਟ ਹੈਗੇ ਫਿਜ਼ੀਓਲੋਜੀਕਲ ਪ੍ਰੋਟੀਨਿਊਰੀਆ। ਇਹ ਕੰਡੀਸ਼ਨ ਦੇ ਵਿੱਚ ਕੀ ਆ ਜਿਹੜਾ 0.5% ਤੋਂ ਵੀ ਲੈਸ ਜਿਹੜਾ ਪ੍ਰੋਟੀਨ ਆ ਉਹ ਕੀ ਆ ਪ੍ਰੈਜ਼ੈਂਟ ਹੁੰਦਾ ਗਾ। ਇਹ ਕਦੋਂ ਹੁੰਦਾ, ਜਦੋਂ ਪਰਸਨ ਸਵੀਅਰ ਐਕਸਰਸਾਈਜ਼ ਕਰ ਲੈਂਦਾ ਜਾਂ ਕਿ ਹਾਈ ਪ੍ਰੋਟੀਨ ਮੀਲ ਲੈ ਲਿਆ ਕਿਸੇ ਨੇ ਜਾਂ ਕਿ ਪ੍ਰੈਗਨੈਂਸੀ ਆ। ਫਸਟ ਜਿਹੜੀ ਆ ਪ੍ਰੋਟੀਨਿਊਰੀਆ, ਇਹਦੇ 'ਚ ਕੀ ਐਲਬਿਊਮਿਨ ਅਤੇ ਗਲੋਬੂਲਿਨ ਆ ਜਿਹੜੇ ਯੂਰੀਨ ਦੇ ਵਿੱਚ ਅਬਨੋਰਮਲ ਕੰਸਨਟ੍ਰੇਸ਼ਨ ਦੇ ਵਿੱਚ ਹੁੰਦੇ ਆ। ਫਿਜ਼ੀਓਲੋਜੀਕਲ ਪ੍ਰੋਟੀਨਿਊਰੀਆ ਕੀ ਹੁੰਦਾ ਗਾ, ਜਿਹੜਾ ਬਹੁਤ ਲੈਸ ਅਮਾਊਂਟ ਆ ਜਿਹੜੀ ਬਹੁਤ ਅਮਾਊਂਟ ਆ ਜਿਹੜੀ ਪ੍ਰੋਟੀਨ ਦੀ ਉਹ ਕੀ ਆ ਆਪਣੀ ਯੂਰੀਨ ਦੇ ਵਿੱਚ ਫਾਈਂਡ ਆਊਟ ਹੁੰਦੀ ਆ। ਇਹ ਕਦੋਂ ਹੁੰਦੀ ਆ, ਜਾਂ ਤਾਂ ਪਰਸਨ ਨੇ ਸਵੀਅਰ ਐਕਸਰਸਾਈਜ਼ ਕੀਤੀ ਹੋਵੇ ਜਾਂ ਇਨ ਕੇਸ ਆਫ ਕਿ ਜਿਹੜਾ ਪਰਸਨ ਆ ਉਹਨੇ ਕੀ ਆ ਹਾਈ ਪ੍ਰੋਟੀਨ ਮਿਲ ਲਿਆ ਹੋਵੇ ਜਾਂ ਪ੍ਰੈਗਨੈਂਸੀ ਹੋਵੇ। ਪੈਥੋਲੋਜੀਕਲ ਪ੍ਰੋਟੀਨਿਊਰੀਆ ਕੀ ਹੁੰਦਾ ਗਾ, ਇਹ ਅਕਰ ਕਰਦਾ ਜਦੋਂ ਗਲੋਮਰੂਲੋਨੇਫਰਾਈਟਿਸ ਹੋਵੇ ਜਾਂ ਕਿ ਨੈਫਰੋਟਿਕ ਸਿੰਡਰੋਮ ਹੋਵੇ। ਗਲੋਮਰੂਲੋਨੇਫਰਾਈਟਿਸ ਮੀਨਸ ਕੀ ਹੁੰਦਾ ਗਾ, ਜਿਹੜੇ ਆਪਣੇ ਨੈਫਰੋਨਸ ਦੇ ਨਾਲ ਮਤਲਬ ਕਿਡਨੀ ਦੇ ਨਾਲ ਰਿਲੇਟਿਡ ਜਿਹੜੀ ਕੋਈ ਵੀ ਪ੍ਰੋਬਲਮ ਆ ਉਹਦੇ ਨਾਲ ਜਿਹੜੇ ਪ੍ਰੋਟੀਨਸ ਆ ਉਹ ਕੀ ਆ ਰਿਲੀਜ਼ ਹੋਣ ਲੱਗ ਜਾਂਦੇ ਨੇ ਜ਼ਿਆਦਾ ਅਮਾਊਂਟ ਦੇ ਵਿੱਚ। ਕਹਿੰਦੇ ਜਿਹੜੇ ਪ੍ਰੋਟੀਨਿਊਰੀਆ ਗਾ ਇਹਦੇ ਨਾਲ ਕਿ ਰੀਨਲ ਟਿਊਬਿਊਲਸ ਦੀ ਜਿਹੜੀ ਪੋਇਜ਼ਨਿੰਗ ਹੋ ਜਾਂਦੀ ਹੈ ਜਸਟ ਬਿਕੋਜ਼ ਕੀ ਆ ਉੱਥੇ ਜ਼ਿਆਦਾ ਜਿਹੜੇ ਹੈਵੀ ਮੈਟਲਸ ਆ ਉਹ ਕੀ ਡੈਪੋਜ਼ਿਟ ਹੋਣੇ ਸ਼ੁਰੂ ਹੋ ਜਾਂਦੇ, ਜਿਵੇਂ ਮਰਕਰੀ ਹੋ ਗਿਆ, ਅਰਸੈਨਿਕ ਹੋ ਗਿਆ ਜਾਂ ਬਿਸਮਿਥ ਹੋ ਗਿਆ। ਜਿਹੜੇ ਬੈਂਸ ਜੋਨਸ ਦੇ ਪ੍ਰੋਟੀਨਸ ਨੇ ਉਹ ਯੂਰੀਨ ਦੇ ਵਿੱਚ ਫਾਈਂਡ ਆਊਟ ਕੀਤੇ ਜਾਂਦੇ ਅਤੇ ਪਿਕੂਲਰ ਪ੍ਰੋਟੀਨਸ ਨੇ ਜਿਹੜੇ ਕਿ ਲਾਈਟ ਚੇਨ ਫਰੈਗਮੈਂਟਸ ਹੁੰਦੇ ਆ ਗਲੋਬੂਲਿਨ ਦੇ। ਇਹਨਾਂ ਦੇ ਵਿੱਚ ਕੀ ਹੁੰਦਾ ਗਾ, ਇਹ ਮਲਟੀਪਲ ਮਾਈਲੋਮਾ ਜਾਂ ਲਿਕਿਊਮੀਆ ਦੇ ਵਿੱਚ ਅਕਰ ਕਰਦੇ ਆ। ਇਹਨਾਂ ਨੂੰ ਜਦੋਂ ਆਪਾਂ ਇਹ ਵਾਲੇ ਜਦੋਂ ਆਪਾਂ ਨੂੰ ਹੀਟ ਕਰਦੇ ਆ 50 ਤੋਂ 60 ਡਿਗਰੀ ਸੈਲਸੀਅਸ ਤਾਂ ਉਹਦੇ 'ਚ ਕ੍ਰਿਸਟਲ ਫਾਰਮੇਸ਼ਨ ਹੋ ਜਾਂਦੀ ਆ। ਜਦੋਂ ਆਪਾਂ ਉਹਨੂੰ ਹੋਰ ਹੀਟ ਕਰ ਦਿੰਦੇ ਹਾਂ 100 ਡਿਗਰੀ ਸੈਲਸੀਅਸ ਤੱਕ ਉਹ ਡਿਸੋਲਵ ਹੋ ਜਾਂਦੇ ਆ। ਪਰ ਜਦੋਂ ਆਪਾਂ ਦੁਬਾਰਾ ਕੂਲ ਕਰਦੇ ਹਾਂ ਦੁਬਾਰਾ ਤੋਂ ਪ੍ਰੈਸੀਪਿਟੇਟ ਆ ਜਿਹੜੇ ਫਾਰਮ ਹੋਣੇ ਸ਼ੁਰੂ ਹੋ ਜਾਂਦੇ ਆ। ਨੈਕਸਟ ਜਿਹੜੀ ਆ ਜਿਹੜੀ ਅਬਨੋਰਮਲ ਕੰਸਨਟ੍ਰੇਸ਼ਨ ਹੈ ਯੂਰੀਨ ਦੇ ਵਿੱਚ ਪ੍ਰੈਜ਼ੈਂਟ ਹੋ ਸਕਦੀ ਆ ਗਲੂਕੋਜ਼ ਦੀ। ਜਿਹੜਾ ਗਲੂਕੋਜ਼ ਆਪਾਂ ਨੂੰ ਪਤਾ ਹੀ ਹੈ ਕਿ ਬਹੁਤ ਟਾਈਪ ਦਾ ਹੁੰਦਾ, ਪਰ ਜੇ ਆਪਾਂ ਬੇਸਿਕਲੀ ਇਹ ਦੇਖੀਏ ਕਿ ਜੇ ਗਲੂਕੋਜ਼ ਦੀ ਜਿਹੜੀ ਜ਼ਿਆਦਾ ਪ੍ਰੈਜ਼ੈਂਟ ਆ ਬਾਡੀ ਦੇ ਯੂਰੀਨ ਦੇ ਵਿੱਚ ਗਲੂਕੋਜ਼ ਦੀ ਜਿਹੜੀ ਜ਼ਿਆਦਾ ਅਮਾਊਂਟ ਇੰਡੀਕੇਟ ਕੀ ਕਰਦੀ ਆ ਗਲਾਈਕੋਸੂਰੀਆ, ਜਿਹੜੀ ਦੇ ਵਿੱਚ ਕੀ ਆ ਇਹ ਕੰਡੀਸ਼ਨ ਮੋਸਟਲੀ ਕਹਿੰਦੇ ਕਦੋਂ ਹੁੰਦੀ ਹੈ ਡਾਇਬਟੀਜ਼ ਮੈਲੀਟਸ ਦੇ ਵਿੱਚ, ਹੈ ਨਾ। ਮਤਲਬ ਜਦੋਂ ਹੁਣ ਡਾਇਬਟੀਜ਼ ਮੈਲੀਟਸ ਆ ਤਾਂ ਗਲੂਕੋਜ਼ ਦੀ ਜਿਹੜੀ ਅਬਨੋਰਮਲ ਕੰਸਨਟ੍ਰੇਸ਼ਨ ਆ ਉਹ ਕੀ ਆਊਗੀ, ਕਿਉਂਕਿ ਬਾਡੀ ਦੇ ਵਿੱਚ ਜਿਹੜਾ ਗਲੂਕੋਜ਼ ਆ ਉਹ ਲਾਰਜ ਅਮਾਊਂਟ ਦੇ ਵਿੱਚ ਹੋਊਗਾ, ਅਤੇ ਜੇ ਲਾਰਜ ਅਮਾਊਂਟ ਦੇ ਵਿੱਚ ਹੋਊਗਾ ਤਾਂ ਸਿਕ੍ਰੀਟ ਵੀ ਲਾਰਜ ਅਮਾਊਂਟ ਦੇ ਵਿੱਚ ਹੋਊਗਾ। ਹੋਰ ਜਾਂ ਕੋਈ ਇੰਟਰਕ੍ਰਾਈਨਲ ਡਿਸਆਰਡਰਸ ਹੋਣ, ਜਿਵੇਂ ਕਿ ਹਾਈਪਰ ਪਿਟਿਊਟਰੀਜ਼ਮ ਹੋ ਜਾਏ। ਹਾਈਪਰ ਪਿਟਿਊਟਰੀਜ਼ਮ ਕੀ ਹੁੰਦਾ ਗਾ, ਜਿਹੜੀ ਆਪਣੀ ਪਿਟਿਊਟਰੀ ਗਲੈਂਡਸ ਆ ਉਹਦੀਆਂ ਸਕ੍ਰੀਸ਼ਨਸ ਆ ਜਿਹੜੀਆਂ ਉਹ ਇਨਕਰੀਜ਼ ਹੋ ਜਾਂਦੀਆਂ ਨੇ। ਹਾਈਪਰਥਾਇਰੋਇਡਿਜ਼ਮ ਹੋਵੇ, ਜਦੋਂ ਥਾਇਰਾਇਡ ਆ ਜਿਹੜਾ ਉਹ ਇਨਕਰੀਜ਼ ਹੋਇਆ ਹੋਵੇ। ਕਿਊਸ਼ਿੰਗ ਸਿੰਡਰੋਮ ਹੋਵੇ, ਫਿਓਕ੍ਰੋਮੋਸਾਈਟੋਮਾ ਹੋਵੇ। ਫਿਓਕ੍ਰੋਮੋਸਾਈਟੋਮਾ ਹੁੰਦਾ ਗਾ ਟਿਊਮਰ ਆਫ ਐਡਰੀਨਲ ਗਲੈਂਡਸ, ਠੀਕ ਹੈ। ਇਹਨਾਂ ਸਾਰੀਆਂ ਕੰਡੀਸ਼ਨਸ ਦੇ ਵਿੱਚ ਕੀ ਆ ਜਿਹੜਾ ਆਪਣਾ ਗਲੂਕੋਜ਼ ਦੇ ਲੈਵਲਸ ਦਾ ਯੂਰੀਨ ਦੇ ਵਿੱਚ ਇਨਕਰੀਜ਼ ਹੋਣੇ ਸ਼ੁਰੂ ਹੋ ਜਾਂਦੇ ਨੇ। ਨੈਕਸਟ ਕੀ ਹੈ ਟ੍ਰਾਂਜ਼ੀਐਂਟ ਗਲਾਈਕੋਸੂਰੀਅਸ ਆਫਟਰ। ਕਹਿੰਦੇ ਕਈ ਵਾਰੀ ਕੀ ਹੁੰਦਾ ਗਾ, ਜੇ ਕਦੇ ਹੋਵੇ ਉਹ ਇਮੋਸ਼ਨਲ ਸਟ੍ਰੈਸ ਦੇ ਬਾਅਦ ਵੀ ਹੋ ਜਾਂਦਾ, ਜਾਂ ਕਿ ਜਦੋਂ ਬਹੁਤ ਜ਼ਿਆਦਾ ਐਥਲੈਟਿਕ ਕੰਟੈਸਟ ਹੋਵੇ, ਐਕਸਾਈਟਿੰਗ ਹੋਵੇ, ਮਤਲਬ ਬਹੁਤ ਜ਼ਿਆਦਾ ਬੰਦੇ ਨੇ ਐਕਸਾਈਟਮੈਂਟ ਵਿੱਚ ਕੀਤਾ ਹੋਵੇ ਉਦੋਂ ਵੀ ਹੋ ਜਾਂਦਾ ਗਾ। ਹੋਰ ਕਿਹੜੇ ਅਦਰ ਸ਼ੂਗਰਸ ਕਿਹੜੇ ਆ ਜਿਹੜੇ ਜਿਨ੍ਹਾਂ ਦੇ ਨਾਲ ਮਤਲਬ ਅਬਨੋਰਮਲ ਕਾਂਸਟੈਂਟਸ ਪ੍ਰੈਜ਼ੈਂਟ ਆ, ਜਿਵੇਂ ਕਹਿੰਦੇ ਜੇ ਫਰੈਕਟੋਸ ਦੀ ਡਿਸਟਰਬੈਂਸ ਆ ਤਾਂ ਕੀ ਫਰੈਕਟੋਸੂਰੀਆ ਹੁੰਦਾ, ਹੈ ਨਾ। ਜੇ ਗਲੈਕਟੋਸੂਰੀਆ ਤਾਂ ਦੈਟ ਮੀਨਸ ਗਲੈਕਟੋਜ਼ ਆ। ਜੇ ਲੈਕਟੋਸੂਰੀਆ ਦੈਟ ਮੀਨਸ ਲੈਕਟੋਜ਼ ਆ। ਪਰ ਇਹ ਕਿਹੜੀਆਂ ਕੰਡੀਸ਼ਨਸ ਦੇ ਵਿੱਚ ਹੁੰਦਾ ਗਾ ਜ਼ਿਆਦਾ, ਜਦੋਂ ਇਨਫੈਂਟਸ ਹੁੰਦੇ ਨੇ, ਜਿਵੇਂ ਹੈ ਨਾ ਕਿਉਂਕਿ ਇਕੱਲੇ ਮਿਲਕ ਦੇ ਉੱਤੇ ਹੁੰਦੇ ਆ ਤਾਂ ਲੈਕਟੋਜ਼ ਅਤੇ ਫਰੈਕਟੋਜ਼ ਦੀ ਅਮਾਊਂਟ ਆ ਜਿਹੜੀ ਮਿਲਕ ਦੇ ਵਿੱਚ ਜ਼ਿਆਦਾ ਹੁੰਦੀ ਆ। ਲੈਕਟੇਟਿੰਗ ਵੂਮਨਸ ਦੇ ਵਿੱਚ ਜ਼ਿਆਦਾ ਹੋ ਸਕਦਾ, ਪ੍ਰੈਗਨੈਂਟ ਵੂਮਨ ਦੇ ਵਿੱਚ ਜ਼ਿਆਦਾ ਹੋ ਸਕਦਾ। ਜਿਹੜਾ ਪੈਂਟੋਸੂਰੀਆ ਜਿਹਦੇ ਵਿੱਚ ਕੀ ਆ ਪੈਂਟੋਜ਼ ਆ ਜਿਹੜਾ ਉਹ ਕੀ ਆ ਸੀਕ੍ਰੀਟ ਹੁੰਦਾ ਯੂਰੀਨ ਦੇ ਵਿੱਚ, ਉਹ ਕੀ ਹੁੰਦਾ ਗਾ ਜਦੋਂ ਆਪਾਂ ਲਾਰਜ ਕੁਆਂਟੀਟੀ ਆਫ ਫੂਡ ਲੈਂਦੇ ਹਾਂ, ਜਿਵੇਂ ਚੈਰੀਜ਼ ਹੋ ਗਏ, ਗ੍ਰੇਪਸ ਹੋ ਗਏ ਜਾਂ ਪਲਮਸ ਹੋ ਗਏ। ਇਹ ਇਨਹੈਰੀਟਿਡ ਡਿਸੀਜ਼ਸ ਦੇ ਵਿੱਚ ਵੀ ਅਕਰ ਹੋ ਜਾਂਦਾ। ਕੀਟੋਨ ਬਾਡੀਜ਼ ਆ ਜਿਹੜੀਆਂ ਉਹ ਕਦੋਂ ਫਾਊਂਡ ਆਊਟ ਹੁੰਦੀਆਂ ਨੇ ਅਬਨੋਰਮਲ ਕੰਸਨਟ੍ਰੇਸ਼ਨ, ਕਹਿੰਦੇ ਜਦੋਂ ਲੈਸ ਦੈਨ 1 mg ਆਫ ਕੀਟੋਨ ਬਾਡੀਜ਼ ਆਰ ਐਕਸਕ੍ਰੀਟਡ ਇਨ ਯੂਰਿਨ ਨਾਰਮਲੀ ਇਨ 24 ਆਵਰਸ। ਕੀ ਹੈ 1 mg ਤੋਂ ਘੱਟ ਜਿਹੜੀਆਂ ਕੀਟੋਨ ਬਾਡੀਜ਼ ਆ ਉਹ ਯੂਰੀਨ ਦੇ ਵਿੱਚ 24 ਘੰਟੇ ਤੋਂ ਘੱਟ ਸਿਕ੍ਰੀਟ ਹੁੰਦੀਆਂ ਨੇ। ਜਿਵੇਂ ਕਿ ਆ ਜਿਹੜੀ ਜ਼ਿਆਦਾ ਅਮਾਊਂਟ ਆ ਉਹ ਕਦੋਂ ਹੁੰਦੀ ਹੈ, ਜਦੋਂ ਪਰਸਨ ਸਟਾਰਵੇਸ਼ਨ ਮਤਲਬ ਭੁੱਖਾ ਹੋਵੇ, ਡਾਇਬਟੀਜ਼ ਹੋਵੇ, ਪ੍ਰੈਗਨੈਂਸੀ ਹੋਵੇ, ਕੋਈ ਅਦਰ ਐਨਾਸਥੀਸ਼ੀਆ ਲਿਆ ਹੋਵੇ ਜਾਂ ਕੋਈ ਟਾਈਪ ਦੀ ਐਲਕੋਲੋਸਿਸ ਹੋਵੇ। ਜਿਹੜਾ ਜ਼ਿਆਦਾ ਫੈਟ ਦਾ ਮੈਟਾਬੋਲਿਜ਼ਮ ਆ ਉਹ ਵੀ ਇੰਡਿਊਸ ਕਰ ਦਿੰਦਾ ਕੀਟੋਨ ਏਰੀਆ ਨੂੰ, ਠੀਕ ਆ। ਨੈਕਸਟ ਹੈਗਾ ਬਿਲੀਰੂਬਿਨ ਐਂਡ ਬਾਈਲ ਸਾਲਟਸ। ਬਿਲੀਰੂਬਿਨ ਐਂਡ ਬਾਈਲ ਸਾਲਟ ਦੇ ਵਿੱਚ ਕੀ ਆ, ਜਿਹੜਾ ਬਿਲੀਰੂਬਿਨ ਆ ਉਹ ਯੂਰੀਨ ਦੇ ਵਿੱਚ ਫਾਊਂਡ ਆਊਟ ਕੀਤਾ ਜਾਂਦਾ
ਕਿਹੜੇ ਕੇਸਿਸ ਦੇ ਵਿੱਚ ਜਦੋਂ ਕਿ ਅਬਸਟਰਕਸ਼ਨ ਹੋਈ ਹੋਵੇ ਕੋਈ ਜਾਂ ਕੋਈ ਹੈਪੇਟਿਕ ਜੌਂਡਿਸ ਆ ਜਿਵੇਂ ਹੈ ਨਾ, ਉਦੋਂ ਬਿਲੀਰੂਬਿਨ ਦੀ ਜਿਹੜੀ ਅਮਾਊਂਟ ਆ ਉਹ ਇਨਕਰੀਜ਼ ਕਰ ਦੂਗੀ। ਇਹਦੇ ਨਾਲ ਕੀ ਆ, ਇੱਕ ਕੰਡੀਸ਼ਨ ਹੈ ਕਿ ਕੰਪੇਂਡ ਕੀਤੀ ਜਾਂਦੀ ਹੈ, ਮਤਲਬ ਇਹਦੇ ਨਾਲ ਐਕਸਟਰਾ ਕੀ ਹੋ ਜਾਂਦਾ ਗਾ, ਜਿਹੜੇ ਵਾਇਲ ਸਾਲਟ ਆ ਉਹਨਾਂ ਦੀ ਐਕਸਕ੍ਰੀਸ਼ਨ ਵੀ ਜ਼ਿਆਦਾ ਹੋ ਜਾਂਦੀ ਆ। ਕਹਿੰਦੇ ਜਿਹੜੇ ਵਾਇਲ ਸਾਲਟ ਆ ਉਹ ਯੂਰੀਨ ਦੇ ਵਿੱਚ ਐਕਸਕ੍ਰੀਟ ਹੋ ਜਾਂਦੇ ਵਿਦਾਊਟ ਵਾਇਲ ਪਿਗਮੈਂਟਸ ਇਨ ਸਰਟਨ ਸਟੇਜਸ ਇਨ ਲੀਵਰ ਡਿਸੀਜ਼ ਦੀਆਂ ਕਈ ਕੰਡੀਸ਼ਨ ਦੇ ਵਿੱਚ ਜਿਹੜੇ ਵਾਇਲ ਸਾਲਟ ਆ ਜਿਹੜੇ ਉਹ ਕੀ ਆ ਐਕਸਕ੍ਰੀਟ ਹੋਣੇ ਸ਼ੁਰੂ ਹੋ ਜਾਂਦੇ ਯੂਰੀਨ ਦੇ ਵਿੱਚ ਵਿਦਾਊਟ ਵਾਇਲ ਪਿਗਮੈਂਟਸ। ਜਦੋਂ ਜ਼ਿਆਦਾ ਹੈਮੋਲਾਈਸਿਸ ਹੋਵੇ ਹੈ ਨਾ, ਉਦੋਂ ਕੀ ਆ ਬਿਲੀਰੂਬਿਨ ਆ ਜਿਹੜਾ ਉਹ ਐਕਸਕ੍ਰੀਟ ਹੋ ਜਾਂਦਾ ਵਿਦਾਊਟ ਵਾਇਲ ਸਾਲਟਸ। ਮਤਲਬ ਜਦੋਂ ਜ਼ਿਆਦਾ ਹੈਮੋਲਾਈਸਿਸ ਹੋਵੇ, ਹੈਮੋਲਾਈਸਿਸ ਕਈ ਘੰਟੇ ਬ੍ਰੇਕਡਾਊਨ ਆਫ ਆਰਬੀਸੀ ਹੋਵੇ ਜਦੋਂ, ਉਦੋਂ ਕੀ ਹੈ ਜਿਹੜੇ ਬਿਲੀਰੂਬਿਨ ਉਹ ਐਕਸਕ੍ਰੀਟ ਹੋ ਜਾਂਦਾ ਗਾ ਵਿਦਾਊਟ ਵਾਇਲ ਸਾਲਟਸ। ਨੈਕਸਟ ਹੈਗਾ ਬਲੱਡ ਜੇ ਆਪਣੇ ਮਤਲਬ ਯੂਰੀਨ ਦੇ ਵਿੱਚ ਐਕਸਕ੍ਰੀਟ ਹੋ ਰਿਹਾ ਤਾਂ ਉਹ ਕੀ ਇੰਡੀਕੇਟ ਕਰਦਾ। ਕਈ ਵਾਰ ਕੀ ਹੋ ਸਕਦਾ ਕਿਡਨੀ ਜਾਂ ਯੂਰਾਈਨਰੀ ਟ੍ਰੈਕਟ ਦੇ ਵਿੱਚ ਲੈਜ਼ਨਸ ਹੋ ਸਕਦੇ ਆ, ਮਤਲਬ ਕੋਈ ਵੀ ਜਿਹੜੀ ਇਹਨਾਂ ਦੀ ਪ੍ਰੈਜ਼ੈਂਸ ਆ ਉਹ ਇੰਡੀਕੇਟ ਕਰਦੀ ਆ। ਹੋਰ ਕੀ ਹੋ ਸਕਦਾ ਗਾ, ਨੈਫਰਾਈਟਿਸ ਹੋ ਸਕਦੀ ਆ। ਨੈਫਰੋਨਸ ਦੇ ਨਾਲ ਰਿਲੇਟਿਡ ਫ੍ਰੀ ਹੈਮੋਗਲੋਬਿਨ ਇਜ਼ ਆਲਸੋ ਫਾਊਂਡ ਇਨ ਯੂਰੀਨ ਆਫਟਰ ਕਿਕ ਹੈਮੋਲਾਈਸਿਸ। ਇਹ ਹੈਮੋਲਾਈਸਿਸ ਤੋਂ ਬਾਅਦ ਹੁੰਦਾ, ਜਿਵੇਂ ਕਹਿੰਦੇ ਮਲੇਰੀਆ ਫੀਵਰ ਦੇ ਵਿੱਚ ਕੀ ਆ ਆਰਬੀਸੀ ਬ੍ਰੇਕਡਾਊਨ ਹੈਪਨ ਹੁੰਦਾ, ਜਾਂ ਕੋਈ ਬਰਨਸ ਹੋ ਗਿਆ ਜਾਂ ਸੀਵੀਅਰ ਉਹਦੇ ਵਿੱਚ ਹੈਮੋਲਾਈਸਿਸ ਹੁੰਦੀ ਆ, ਤਾਂ ਉਹਨਾਂ ਕੰਡੀਸ਼ਨਸ ਦੇ ਵਿੱਚ ਵੀ ਇਹ ਪ੍ਰੋਬਲਮ ਹੈ ਜਿਹੜੀ ਉਹ ਰਾਈਜ਼ ਹੋ ਸਕਦੀ ਆ। ਨੈਕਸਟ ਹੈ ਕਿ ਯੂਰੋਬਲੀਨੋਜਨ। ਕਹਿੰਦੇ ਜਦੋਂ ਐਕਸੈਸਿਵ ਹੈਮੋਲਾਈਸਿਸ ਹੋਈ ਉਹਦੇ ਵਿੱਚ ਕੀ ਆ, ਜਿਵੇਂ ਹੈਮੋਲਾਈਟਿਕ ਜੌਂਡਿਸ ਹੋ ਗਿਆ, ਪੈਰੀਨੀਸ਼ੀਅਸ ਅਨੀਮੀਆ ਹੋ ਗਿਆ, ਤਾਂ ਜਿਹੜੇ ਵਾਇਲ ਪਿਗਮੈਂਟਸ ਦੇ ਪਾਰਟਸ ਆ ਜਿਹੜੇ ਉਹ ਫਾਈਂਡ ਆਊਟ ਕੀਤੇ ਜਾਂਦੇ, ਜਿਹੜੇ ਪਾਰਟ ਆਫ ਵਾਇਲ ਫਾਊਂਡ ਬਾਈ ਬ੍ਰੇਕਡਾਊਨ ਆਫ ਐਕਸਕ੍ਰੀਟਡ ਇਨ ਯੂਰੀਨ। ਜਿਹੜਾ ਵਾਇਲ ਪਿਗਮੈਂਟ ਦਾ ਜਿਹੜਾ ਪਾਰਟ ਆ ਜਿਹੜਾ ਹੈਮੋਗਲੋਬਿਨ ਦੇ ਬ੍ਰੇਕਡਾਊਨ ਤੋਂ ਬਾਅਦ ਜਿਹੜਾ ਬਚਦਾ ਗਾ ਉਹ ਯੂਰੀਨ ਦੇ ਵਿੱਚ ਸੈਕ੍ਰੀਟ ਹੋ ਜਾਂਦਾ ਇਨ ਦਾ ਫਾਰਮ ਆਫ ਯੂਰੋਬਲੀਨੋਜਨ। ਲੀਵਰ ਡਿਸੀਜ਼ਸ ਦੇ ਵਿੱਚ ਕੀ ਹੁੰਦਾ ਗਾ, ਇਹ ਕੀ ਹੈ ਮੇਨਲੀ ਅਕਰ ਹੁੰਦਾ ਲੀਵਰ ਡਿਸੀਜ਼ਸ ਦੇ ਵਿੱਚ, ਕਾਂਸਟੀਪੇਸ਼ਨ ਦੇ ਵਿੱਚ, ਤਾਂ ਕੀ ਹੈ ਜਿਹੜੇ ਜਿਵੇਂ ਲੀਵਰ ਡਿਸੀਜ਼ ਹੋ ਗਿਆ ਕੋਈ ਕਾਂਸਟੀਪੇਸ਼ਨ ਦਾ ਕਰਕੇ ਯੂਰੋਬਲੀਨੋਜਨ ਆ ਜਿਹੜਾ ਉਹ ਫਾਈਂਡ ਆਊਟ ਕੀਤੇ ਜਾਣਗੇ। ਨੈਕਸਟ ਹੈਗੇ ਪੋਰਫਾਇਰਿਨਸ। ਪੋਰਫਾਇਰਿਨਸ ਕੀ ਹੁੰਦੇ ਆ, ਕੋਪੋਰਫਾਇਰਿਨ ਐਕਸੀਟਡ ਯੂਰੀਨ ਨਾਰਮਲੀ ਐਟ 280 mg ਮਾਈਕਰੋਗ੍ਰਾਮ ਪਰ ਡੇ। ਕਹਿੰਦੇ ਜਿਹੜੇ ਪੋਰਫਾਇਰਿਨਸ ਨੇ ਉਹ ਯੂਰੀਨ ਦੇ ਵਿੱਚ ਐਕਸਕ੍ਰੀਟ ਹੁੰਦੇ ਆ 60 ਤੋਂ 280 ਮਾਈਕਰੋਗ੍ਰਾਮ ਹਰੇਕ ਡੇ। ਪਰ ਕੀ ਹੈ ਇਹ ਐਕਸਕ੍ਰੀਟ ਹੁੰਦੇ ਆ ਕਈ ਲੀਵਰ ਡਿਸੀਜ਼ਸ ਦੇ ਵਿੱਚ ਜ਼ਿਆਦਾ, ਜਿਵੇਂ ਕੀ ਆ ਇਹ ਜੇ ਇੰਡੀਕੇਸ਼ਨ ਕਹਿੰਦੇ ਆ 4 or 5 ਈਅਰ ਤੋਂ ਜਿਹੜਾ ਪੇਸ਼ੈਂਟ ਆ ਉਹ ਕੀ ਆ ਸਫਰ ਕਰ ਰਿਹਾ। ਸੋ ਦੀਜ਼ ਆਰ ਦਾ ਸਮ ਅਬਨੋਰਮਲ ਕਨਸਟੀਟਿਊਐਂਟਸ ਆਫ ਯੂਰੀਨ।